व्यूअर्स वेलकम बैक ऑन प्रोग्राम। सो व्यूअर्स जिस तरह कि अज लोहड़ी का त्यौहार है उस बारे आप गलबात करन जा रहे हैं। सो मैं तुहाडे कोल लोहड़ी मंगदी हाँ बट ओके डॉक्टर साहब मेरे नाल सामने बैठे ने फिजिकली, सो उन्होंने को मंगदे हाँ। डॉक्टर साहब सो लोहड़ी दी तुहानूं बहुत बहुत मुबारकां। सो दे माई लोहड़ी जीवे तुहाडी जोड़ी। अच्छा ਇਹ ਤਾਂ ਆਲ ਆਫ ਸਡਨ ਤੁਸੀਂ ਧਮਾਕਾ ਕਰ ਦਿੱਤਾ। हाँ ਕੋਈ ਨਹੀਂ, ਟੁੱਟੇ ਪੈਸੇ ਨਹੀਂ ਹੈਗੇ, ਜਦੋਂ ਹੋਏ ਤੁਹਾਨੂੰ ਦੇ ਦਿਆਂਗੇ। ओके फिर असीं पता की कहना, आखो कुड़ियो तुक्का ए घर भुखा। ओके एनीवे सो ਆਪਾਂ ਇਸ ਤਿਉਹਾਰ ਤੇ ਕਿਉਂ ਨਹੀਂ ਹਾਂ ਜੀ ਦੇਖੋ ਇਹ ਠੀਕ ਹੈ ਵੀ ਬਹੁਤ ਵਾਰ ਜਦੋਂ ਅਸੀਂ ਗੁਰਮਤ ਦੀ ਰੌਸ਼ਨੀ ਵਿੱਚ ਜ਼ਿਕਰ ਕਰਦੇ ਹਾਂ ਦਿਨਾਂ ਦਾ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਮੌਸਮੀ ਤਿਉਹਾਰਾਂ ਦੇ ਤੌਰ 'ਤੇ ਜੁੜੀਆਂ ਹੁੰਦੀਆਂ। ਹਾਲਾਂ ਉਹਨਾਂ ਦੇ ਨਾਲ ਫਿਰ ਬ੍ਰਾਹਮਣਵਾਦ ਨੇ ਆਪਣਾ ਵੀ ਜਿਹੜਾ ਸੌਦਾ ਨਾਲ ਵੇਚਣਾ ਸ਼ੁਰੂ ਕੀਤਾ। ਜਦੋਂ ਲੋਹੜੀ ਦੀ ਗੱਲ ਹੁੰਦੀ ਹੈ, ਅੱਗ ਬਾਲੀ ਜਾਂਦੀ ਹੈ, ਆਲੇ ਦੁਆਲੇ ਬੈਠ ਕੇ ਜਿਹੜੇ ਨੇ ਗੀਤ ਗਾਏ ਜਾਂਦੇ ਨੇ, ਪਰ ਇਸ ਨੂੰ ਅਗਨੀ ਦੇਵਤਾ ਨੂੰ ਖੁਸ਼ ਕਰਨ ਦੇ ਹਵਨ ਦੇ ਨਾਲ ਵੀ ਜੋੜ ਦਿੱਤਾ ਗਿਆ। ਉਸ ਦੇ ਵਿੱਚ ਕੋਈ ਇਸ ਕਿਸਮ ਦੀ ਸਮੱਗਰੀ ਔਰ ਦੂਜੇ ਪਾਣ ਦੀ ਲਾਈਨ ਵੀ, ਪਰ ਮੁੱਢਲੇ ਤੌਰ 'ਤੇ ਮੈਂ ਸਮਝਦਾ ਵੀ ਜਿਹੜੀ ਇਹ ਭਾਰਤ ਦੇ ਕੋਈ ਹੋਰ ਹਿੱਸਿਆਂ ਦੇ ਵਿੱਚ ਇਸ ਨੂੰ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ। ਹੁਣ ਤਾਂ ਸੋਸ਼ਲ ਮੀਡੀਆ ਨੇ ਜਾਂ ਇੰਡੀਅਨ ਸਿਸਟਮ ਨੇ ਹਰ ਤਿਉਹਾਰ ਨੂੰ ਜਿਹੜਾ ਉਹ ਹਿੰਦੂ ਤੋਂ ਵੀ ਰੂਪ ਦਿੱਤਾ ਹੈ। ਮੂਲ ਤੌਰ 'ਤੇ ਮੈਂ ਸਮਝਦਾ ਵੀ ਇਹ ਪੰਜਾਬ ਦੇ ਇਸ ਸਾਡੇ ਖਿੱਤੇ ਦੇ ਵਿੱਚ ਜਿੱਥੇ ਨਿਖਰਵੀਆਂ 6 ਰੁੱਤਾਂ ਨੇ ਔਰ ਰੁੱਤਾਂ ਵੀ ਪੂਰੀ ਐਕਸਟ੍ਰੀਮ ਦੇ ਵਾਲੀਆਂ ਹੁੰਦੀਆਂ। ਜੇ ਗਰਮੀ ਹੈ ਤਾਂ ਪੂਰੀ ਐਨ ਕੜਾਕੇਦਾਰ ਜੇਠ ਹਾੜ ਤੱਪੇ ਸਾਵਣ ਭਾਦੋ ਵਸੇ, ਤੇ ਜੇ ਉਸ ਤੋਂ ਬਾਅਦ ਸੁੱਕੀ ਗਰਮੀ ਵੀ ਪੂਰੀ ਹੈ ਤੇ ਜਿਹੜਾ ਚੌਮਾਸਾ ਇਹਨੂੰ ਅਸੀਂ ਕਹਿੰਦੇ ਹਾਂ ਦੋ, ਫਿਰ ਜਿਹੜੀ ਹਿਊਮਿਡਿਟੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਪੂਰੀ ਐਕਸਟ੍ਰੀਮ ਵਾਲੀ। ਤੇ ਜਦੋਂ ਠੰਡ ਦੇ ਮੌਸਮ 'ਚ ਵੀ ਫਿਰ ਤਾਂ ਉਹ ਜਦੋਂ ਅਸੀਂ ਧਨੀ ਰਾਮ ਚਾਤਰਕ ਉਹਨਾਂ ਦੀ ਇਹ ਨਜ਼ਮ ਮੈਂ ਪੜ੍ਹਦਾ ਜਾਂ ਕਦੇ ਵੀ ਯਾਦਾਂ 'ਚ ਪਈ ਹੋਈ ਹੈ ਕਿ ਵੀ ਕੱਕਰੀ ਰੁੱਤ ਸਿਆਲ ਦੀ ਧਰਤੀ ਸੁੰਨ ਮਸਾਣ, ਖਲਕਤ ਸੁੱਤੀ ਅੰਦਰੀ ਨਿੱਘੀਆਂ ਬੁਕਲਾਂ ਤਾਣ, ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ, ਬੁਕਲੋਂ ਮੂੰਹ ਜੇ ਕੱਢੀਏ ਪਾਲਾ ਪੈਂਦਾ ਖਾਣ, ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹ ਉੱਤੇ ਇਸ਼ਨਾਨ, ਜਾਂ ਕੋਈ ਕਿਸਮਤ ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਸਾਨ। ਇਹ ਉਸ ਨੂੰ ਉਹ ਸਾਰੇ ਨੂੰ ਕਿ ਤੁਸੀਂ ਦੇਖਦੇ ਹੋ ਜਦੋਂ ਪਿਛਲੀ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ, ਜਿਹੜੀ ਤਰੇਲ ਪੈਂਦੀ ਹੈ ਉਹ ਮੋਤੀ ਬਣੀ ਹੁੰਦੀ ਹੈ। ਔਰ ਜਦੋਂ ਵਾਕਿਆ ਹੀ ਰਜਾਈ ਦਾ ਜਿਹੜਾ ਕਨਸੈਪਟ ਇੱਥੇ ਹੁਣ ਵੀ ਭਾਵੇਂ ਬਲੈਂਕਟ ਬਲੂੰਕਟ ਬਹੁਤ ਗਰਮੀ ਵਾਲੇ ਨੇ, ਪਰ ਜੋ ਮਜ਼ਾ ਰਜਾਈ ਦੇ ਥੱਲੇ ਸੌਣ ਦਾ ਉਹ ਹੋਰ ਕਾਸੇ 'ਚ ਨਹੀਂ ਹੁੰਦਾ। ਔਰ ਇਹ ਜਿਨ੍ਹਾਂ ਨੇ ਪੰਜਾਬ ਦੇ ਪਾਲੇ ਸਰਦੀਆਂ ਐਕਸਟ੍ਰੀਮ, ਔਰ ਜ਼ਾਹਰ ਹੈ ਕਿ ਜਦੋਂ ਅਸੀਂ ਲੋਹੜੀ ਦੇ ਨਾਲ ਜੋੜ ਕੇ ਦੇਖਦੇ ਤਾਂ ਫਿਰ ਆਲਮੋਸਟ ਹੁਣ ਤਾਂ ਜਿਹੜੀ ਵੈਦਰ ਕਲਾਈਮੇਟ ਚੇਂਜ ਜੋ ਅਸੀਂ ਓਜ਼ੋਨ ਲੇਅਰ ਨਾਲ ਕੀਤਾ ਉਹਨੇ ਸਾਰੇ ਦਿਨ ਬਦਲ ਦਿੱਤੇ ਨੇ। ਕਦੇ ਕੋਈ ਮਹੀਨੇ 'ਚ ਕੀ ਆ ਜਾਂਦਾ ਕੀ ਨਹੀਂ ਹੁੰਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਸ ਨੂੰ ਅਖੀਰਲਾ ਪੋਹ ਦਾ ਦਿਨ ਔਰ ਇਹੀ 12 ਮਹੀਨੇ ਜਿਹੜੇ ਨਾਨਕਸ਼ਾਹੀ ਕੈਲੰਡਰ ਦਾ ਵੀ ਹਿੱਸਾ ਨੇ, ਉਸ ਧਰਤੀ ਦੇ ਉੱਤੇ ਜਦੋਂ ਪੋਹ ਦਾ ਖਾਤਮਾ ਔਰ ਮਾਘ ਜਿਹਦੀ ਕੱਲ੍ਹ ਸ਼ੁਰੂਆਤ ਹੈ ਜਿਹਨੂੰ ਅਸੀਂ ਮਾਘੀ ਕਹਿੰਦੇ ਹਾਂ, ਉਹਦਾ ਇੱਕ ਆਪਣਾ ਇਤਿਹਾਸ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ। ਹਾਲਾਂ ਇਹਨਾਂ ਮਹੀਨਿਆਂ ਨੂੰ ਬ੍ਰਾਹਮਣਾਂ ਨੇ ਆਪਣੇ ਪੂਜਾ ਲੈਣ ਔਰ ਦੂਜੇ ਤੀਜੇ ਦੇ ਨਾਲ ਵੀ ਜੋੜ ਕੇ ਕਾਫੀ ਕੁਛ ਇਸ ਕਿਸਮ ਦਾ ਜਿਹਦੇ ਅਸੀਂ ਵੇਰ ਵਿੱਚ ਨਹੀਂ ਜਾਵਾਂਗੇ, ਲੇਕਿਨ ਅਸੀਂ ਇਸ ਨੂੰ ਇਹ ਸਮਝਦੇ ਹਾਂ ਕਿ ਦੂਸਰਾ ਪਾਸਾ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਜਿਹੜੇ ਚੈਲੰਜ ਕਰਨ ਵਾਲੇ ਨੇ, ਨਾਇਕ ਨੇ, ਜਿਨ੍ਹਾਂ ਨੂੰ ਅਸੀਂ ਹੀਰੋ ਕਹਿੰਦੇ ਹਾਂ, ਇੱਕ ਪਾਸੇ ਦਿੱਲੀ ਸਾਮਰਾਜ ਹੋਏ ਜਾਂ ਹੋਰ ਲੋਕਲ ਹਕੂਮਤਾਂ, ਲਾਹੌਰ ਦੇ ਵਿੱਚ ਸਥਾਪਿਤ ਜਿਹੜਾ ਰਾਜ ਭਾਗ ਵਾਲੇ ਸੀ ਉਹ ਧੱਕਾ ਕਰਦੇ ਸੀ, ਕਿਉਂਕਿ ਇਹ ਜਦੋਂ ਜਿਹਨੇ ਵੀ ਇਹ ਅਖਾਣ ਬਣਾਇਆ ਕਿ ਤਪੋਂ ਰਾਜ ਰਾਜੋਂ ਨਰਕ, ਕਿ ਬਈ ਤੁਹਾਨੂੰ ਬੜੀ ਐਫਰਟ ਦੇ ਨਾਲ ਤਪ ਦੇ ਨਾਲ ਰਾਜ ਮਿਲਦਾ, ਪਰ ਜਦੋਂ ਤੁਸੀਂ ਰਾਜ ਮਿਲ ਜਾਂਦਾ ਫਿਰ ਨਰਕ ਤੁਹਾਡੇ ਲਈ ਤਿਆਰ ਹੁੰਦਾ, ਕਿਉਂਕਿ ਬਹੁਤ ਘੱਟ ਨੇ ਜਿਨ੍ਹਾਂ ਦੇ ਕੋਲ ਪਾਵਰ ਆਉਂਦੀ ਔਰ ਐਬਸੋਲੂਟ ਪਾਵਰ ਆਏ ਅਤੇ ਉਹ ਨਿਆਂ ਦੇ ਉੱਤੇ ਖਲੋ ਸਕਣ ਉਹ ਸਾਰਿਆਂ ਨੂੰ। ਇਸੇ ਲਈ ਜਿਹੜਾ ਇਹ ਬ੍ਰਿਟਿਸ਼ ਲਾਰਡ ਨੇ ਜਿਹਨੇ ਇੱਕ ਵਾਰੀ ਇਹ ਕਿਹਾ ਸੀ ਕਿ ਵੀ
ਪਾਵਰ ਕਰਪਟਸ ਏ ਮੈਨ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਕਿ ਜਿਹੜੀ ਤਾਕਤ ਹੈ ਉਹਨਾਂ ਕਰ ਦਿੰਦੇ ਆ, ਜਿਹਦੇ ਕੋਲ ਐਬਸੋਲੂਟ ਪਾਵਰ ਆਏ ਉਹ ਫਿਰ ਐਬਸੋਲੂਟ ਕਰਪਟ ਹੁੰਦਾ ਹੈ। ਅੱਛਾ। ਹਾਲਾਂ ਅਸੀਂ ਜਦੋਂ ਮੁਗਲਿਆ ਰਾਜ ਦੀ ਗੱਲ ਕਰਦੇ ਹਾਂ, ਕਿਉਂਕਿ ਇਬਰਾਹਿਮ ਲੋਦੀ ਨੂੰ ਡਿਫੀਟ ਕਰਕੇ ਬਾਬਰ 1526 ਦੇ ਵਿੱਚ ਦਿੱਲੀ ਦੇ ਉੱਤੇ ਕਾਬਜ਼ ਹੋਇਆ, ਕੁਝ ਸਾਲ ਹੀ ਰਿਹਾ, 5-6 ਸਾਲ, ਫਿਰ ਉਹਦਾ ਪੁੱਤਰ ਹਮਾਯੂੰ ਆ ਗਿਆ। ਹਮਾਯੂੰ ਦਾ ਵੀ ਥੋੜਾ ਪੀਰੀਅਡ ਹੀ ਰਿਹਾ, ਤੇ ਅਕਬਰ ਜਿਹੜਾ ਹੈ ਉਸ ਨੇ ਲਗਾਤਾਰ 12-13 ਸਾਲ ਦੀ ਉਮਰ 'ਚ ਉਹ ਰਾਜਗੱਦੀ ਤੇ ਬੈਠਾ, ਔਰ ਲਗਭਗ ਅੱਧੀ ਸਦੀ ਅਕਬਰ ਨੇ ਜਿਹੜਾ ਹੈ ਉਹ ਰੂਲ ਕੀਤਾ। ਹਾਲਾਂ ਜਦੋਂ ਅਕਬਰ ਵਰਸਸ ਔਰੰਗਜ਼ੇਬ ਕੰਪੇਅਰ ਕੀਤਾ ਜਾਂਦਾ ਤੇ ਅਕਬਰ ਨੂੰ ਬੜੇ ਲਿਬਰਲ ਕਿੰਗ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਹਰ ਇੱਕ ਦੇ ਨਾਲ ਦੂਸਰਿਆਂ ਦਾ, ਔਰ ਈਵਨ ਉਹਨੇ ਆਪਣੇ ਪੀਰੀਅਡ ਦੇ ਵਿੱਚ ਆਪਣਾ ਮਜ਼ਹਬ ਵੀ ਦੀਨੇ ਇਲਾਹੀ ਜਿਹਨੂੰ ਕਿਹਾ ਉਹ ਉਹਨੇ ਚਲਾਇਆ। ਪਰ ਜਦੋਂ ਅਸੀਂ ਲੋਕ ਯਾਦਾਂ ਦੇ ਵਿੱਚ, ਲੋਕ ਅਖਾਣਾਂ ਦੇ ਵਿੱਚ ਤੇ ਲੋਕ ਹੀਰੋਆਂ ਦੇ ਵਿੱਚ ਦੇਖਦੇ ਹਾਂ, ਤੇ ਫਿਰ ਉਸ ਪੀਰੀਅਡ 'ਚ ਜਿੱਥੇ ਅਸੀਂ ਆਪਣੇ ਸਿੱਖ ਇਤਿਹਾਸ ਦੇ ਯੋਧਿਆਂ ਦੀ ਗੱਲ ਕਰਦੇ ਹਾਂ 18ਵੀਂ ਸਦੀ 'ਚ, ਔਰ ਸ਼ਹਾਦਤ ਗੁਰੂ ਅਰਜਨ ਸਾਹਿਬ ਦੀ 1606 ਦੇ ਵਿੱਚ ਜਹਾਂਗੀਰ ਦੇ ਪੀਰੀਅਡ 'ਚ ਹੁੰਦੀ ਹੈ, ਜਿਹੜਾ ਕਿ ਅਕਬਰ ਦਾ ਲੜਕਾ ਹੈ। ਲੇਕਿਨ ਗੁਰੂ ਸਾਹਿਬ ਦੀ ਸ਼ਹਾਦਤ ਤੋਂ 7-8 ਸਾਲ ਪਹਿਲਾਂ ਦੁੱਲਾ ਭੱਟੀ, ਜਿਸ ਦੇ ਨਾਂ ਦੇ ਉੱਤੇ ਜਦੋਂ ਲੋਹੜੀ ਮੰਗੀ ਜਾਂਦੀ, ਇਵੇਂ ਥੋੜੀ ਮੰਗਣੀ ਸੀ ਜਿਵੇਂ ਤੁਸੀਂ ਮੰਗੀ ਹੈ, ਇਹ ਤਾਂ ਫਿਰ ਦੁੱਲਾ ਭੱਟੀ ਵਾਲਾ ਉਹ ਦੁੱਲੇ ਧੀ ਵਿਆਹੀ ਹੋ। ਹਾਂ, ਉਹ ਸੁੰਦਰ ਮੁੰਦਰੀਏ ਤੋਂ ਸ਼ੁਰੂ ਹੁੰਦੀ ਹੈ, ਤੇ ਹੁਣ ਸੁੰਦਰੀ ਮੁੰਦਰੀ ਇਹ ਕਹਾਣੀ ਜਿਹੜੀ ਬਹੁਤ ਵਾਰ ਜਿਹੜੀਆਂ ਕੁਝ ਚੀਜ਼ਾਂ ਨੇ ਆਪਣੇ ਤੌਰ ਦੇ ਉੱਤੇ ਅੱਡ-ਅੱਡ ਸ਼ਾਇਰ ਜਿਹੜੇ ਲਿਖਦੇ ਸੀ, ਉਹਨਾਂ ਦੇ ਵੀ ਜਿਵੇਂ ਕਿਸ਼ਨ ਸਿੰਘ ਆਰਫ, ਉਹਨਾਂ ਦਾ ਖੂਬਸੂਰਤ ਦੁੱਲਾ ਭੱਟੀ ਦੇ ਉੱਤੇ ਬਹੁਤ ਸਾਰੀਆਂ ਰਚਨਾਵਾਂ ਨੇ, ਸੀ ਹਰਫੀਆਂ ਵੀ ਲਿਖੀਆਂ ਜਾਂਦੀਆਂ ਸੀ। ਲੇਕਿਨ ਇਹਨੂੰ ਇੱਕ ਇਸ ਕਿਸਮ ਦੇ ਪੋਪੂਲਰ ਲੋਕ ਗੀਤ ਦੇ ਵਿੱਚ ਇਹ ਸਿਮਟ ਗਈ, ਔਰ ਇਹ ਇੱਕ ਜਿੱਥੇ ਸਾਂਝਾਂ ਦਾ ਤਿਉਹਾਰ ਹੈ, ਜਿੱਥੇ ਤੁਸੀਂ ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਹਾਂ ਕਿ ਭਾਈ ਭਾਵੇਂ ਕਿਸੇ ਘਰ ਤੋਂ ਇੱਕ ਲੱਕੜੀ ਆਉਂਦੀ ਹੈ, ਔਰ ਉਹ ਸਾਂਝੇ ਤੌਰ ਦੇ ਉੱਤੇ ਉਹ ਆਈ ਜਿਹੜਾ ਉਸ ਅੱਗ ਬਾੜੀ ਜਾਂਦੀ ਹੈ, ਉਹਦੇ ਦੁਆਲੇ ਬੈਠ ਕੇ ਗੀਤ ਗਾਏ ਜਾਂਦੇ ਨੇ, ਤੇ ਲੋਹੜੀ ਮੰਗਣ ਦਾ ਹੁਣ ਇਹ ਤਾਂ ਇੱਕ ਉਸ ਸੱਭਿਆਚਾਰ ਦਾ ਇੱਕ ਕਿਰਦਾਰ ਹੈ, ਇੱਕ ਢੰਗ ਤਰੀਕਾ ਹੈ। ਲੇਕਿਨ ਉਹਦੇ 'ਚ ਜਿਹੜਾ ਗੀਤ ਪੋਪੂਲਰ ਹੋਇਆ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਦੁੱਲਾ ਭੱਟੀ ਦਾ ਕਿਰਦਾਰ ਕਿੰਨਾ ਵੱਡਾ ਕਿਰਦਾਰ ਹੋਏਗਾ। ਔਰ ਜਿਵੇਂ ਮੈਂ ਕਿਹਾ ਕਿ ਦੁੱਲਾ ਭੱਟੀ ਕੋਈ 1000 ਸਾਲ ਪਹਿਲਾਂ ਨਹੀਂ ਹੈ, ਉਸ ਟਾਈਮ ਫਰੇਮ ਦਾ ਹੈ ਜਿਹਦੇ 'ਚ ਕਿ ਗੁਰੂ ਅਰਜਨ ਸਾਹਿਬ ਹੋਏ ਨੇ। ਜਦੋਂ ਦੁੱਲਾ ਭੱਟੀ ਨੂੰ ਲਾਹੌਰ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ, ਉਸ ਤੋਂ ਪਹਿਲਾਂ ਦੁੱਲਾ ਭੱਟੀ ਕੋਈ ਪਹਿਲਾ ਹੀਰੋ ਨਹੀਂ ਹੈ ਆਪਣੇ ਪਰਿਵਾਰ ਦਾ। ਹੁਣ ਜਦੋਂ ਅਸੀਂ ਬਾਰਾਂ ਦੀ ਗੱਲ ਕਰਦੇ ਹਾਂ, ਨੀਲੀ ਬਾਰ, ਗੰਜੀ ਬਾਰ, ਸੰਦਲੀ ਬਾਰ, ਹੁਣ ਜਿਹੜਾ ਸੰਦਲ ਭੱਟੀ ਹੈ ਉਹ ਦੁੱਲਾ ਭੱਟੀ ਦਾ ਦਾਦਾ ਹੈ, ਜਿਹਦੇ ਨਾਂ ਦੇ ਉੱਤੇ ਬਾਹਰ ਫੋਰੈਸਟ ਜੰਗਲ ਨੂੰ ਕਹਿੰਦੇ ਨੇ। ਔਰ ਇਹ ਜਿਹੜੇ ਭੱਟੀ ਰਾਜਪੂਤ ਨੇ, ਇਹਨਾਂ ਦਾ ਓਰੀਜਨ ਤਾਂ ਰਾਜਪੂਤਾਨੇ ਦੇ ਨਾਲ ਹੀ ਜੁੜਦਾ ਹੈ, ਜਿਹੜੇ ਉਹ ਸਾਰੇ ਬੈਲਟ ਦੇ ਨੇ। ਔਰ ਮੈਨੂੰ ਯਾਦ ਹੈ ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਵੀ ਬਹੁਤ ਵੱਡਾ ਕਿਰਦਾਰ ਰਾਏ ਬੁਲਾਰ ਭੱਟੀ ਦਾ ਹੈ, ਔਰ ਉਹਨਾਂ ਦੇ ਰਾਏ ਬੁਲਾਰ ਭੱਟੀ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ 'ਚੋਂ ਉਸ ਰੱਬ ਦਾ ਜਲਵਾ ਦੇਖਿਆ, ਔਰ ਜੇ ਉਹਨਾਂ ਦੀ 30,000 ਕਿੱਲਾ ਜ਼ਮੀਨ ਸੀ ਰਾਏ ਬੁਲਾਰ ਦੀ, ਹਾਲਾਂ ਉਹਨਾਂ ਦੇ ਵੱਡੇ ਰਾਏ ਭੋਏ ਦੀ ਤਲਵੰਡੀ ਜਿੱਥੋਂ ਉਹਨਾਂ ਨੇ ਉਸ ਨੂੰ ਵਸਾਇਆ, ਔਰ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਲਵਾਈ, ਜਿੱਥੇ ਕਿ ਸਾਰਾ ਲਗਭਗ ਨਨਕਾਣਾ ਸਾਹਿਬ ਟਾਊਨ ਹੀ ਜਿਹੜਾ ਇਹ ਗੁਰਦੁਆਰਾ ਸਾਹਿਬ ਦੀ ਨਾਲ ਜੁੜਿਆ ਹੋਇਆ। 1501 750 ਮੁਰੱਬਾ ਅਕਸਰ ਇਹ ਲਫ਼ਜ਼ ਕਿਹਾ ਜਾਂਦਾ ਹੈ। ਅੱਛਾ। ਔਰ ਮੈਨੂੰ ਯਾਦ ਹੈ ਵੀ ਅਸੀਂ 3 ਸਾਲ ਪਹਿਲਾਂ ਯੂਬਾ ਸਿਟੀ ਦੇ ਨਗਰ ਕੀਰਤਨ ਮੌਕੇ ਰਾਏ ਬੁਲਾਰ ਭੱਟੀ ਹੋਰਾਂ ਦਾ ਡਾਇਰੈਕਟ ਡਿਸੈਂਡੈਂਟ ਜਿਹੜੇ ਤੇ ਬੋਸਟਨ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ, ਉਹ ਆਏ ਉੱਥੇ, ਉਹਨਾਂ ਨੂੰ ਇਨਵਾਈਟਡ ਸੀਗੇ ਉਸ ਯੂਬਾ ਸਿਟੀ ਨਗਰ ਕੀਰਤਨ ਤੇ, ਜਿੱਥੇ ਸਾਡਾ TV 84 ਦਾ ਟੈਂਟ ਸੀ, ਉੱਥੇ ਵੀ ਆਏ, ਉਹਨਾਂ ਨੂੰ ਇੰਟਰਵਿਊ ਵੀ ਕੀਤਾ ਤੇ ਮੈਂ ਉਹਨਾਂ ਦੇ ਨਾਲ ਗੁਫ਼ਤਗੂ ਵੀ ਕੀਤੀ। ਤਾਂ ਉਹਨਾਂ ਨੇ ਇਹ 1-to-1 ਗੱਲਬਾਤ 'ਚ ਵੀ ਕਿਹਾ ਸੀ ਕਿ ਵੀ ਸਾਡੇ ਬਜ਼ੁਰਗ ਭਾਵੇਂ ਅਸੀਂ ਭੱਟੀ ਰਾਜਪੂਤ ਜਿਹੜੇ ਅਲਾਉਦੀਨ ਖਿਲਜੀ ਦੇ ਵੇਲੇ ਅਸੀਂ ਲੜਦੇ ਰਹੇ, ਪਹਿਲਾਂ ਮੁਗਲਾਂ ਦੇ ਨਾਲ, ਮੁਗਲਾਂ ਤੋਂ ਪਹਿਲਾਂ ਅਲਾਉਦੀਨ ਖਿਲਜੀ ਬਿਫੋਰ ਹੋਇਆ, ਮੁਗਲ ਤਾਂ ਬਾਅਦ 'ਚ ਆਏ, ਲੜਦੇ ਰਹੇ। ਫਿਰ ਕਹਿੰਦੇ ਵੀ ਅਸੀਂ ਡਿਫੀਟ ਹੋਏ ਔਰ ਕੁਝ ਸਮੇਂ ਬਾਅਦ ਅਸੀਂ ਇਸਲਾਮ ਕਬੂਲ ਕੀਤਾ। ਔਰ ਇਹ ਫਿਰ ਜਿਹੜੀ ਰਾਏ ਭੋਏ ਦੀ ਤਲਵੰਡੀ ਜਾਂ ਦੂਜੇ, ਇਹ ਸਾਰੀ ਜਿਹੜੀ ਬੈਲਟ ਹੈ ਪੰਜਾਬ ਦੀ ਬੜੀ ਫਰਟੀਲ ਬੈਲਟ,
ਇਸ ਦੇ ਵਿੱਚ ਕਿਉਂਕਿ ਬਹਾਦਰ ਲੋਕ ਸਨ, ਬੜੀਆਂ ਵੱਡੀਆਂ ਜ਼ਮੀਨਾਂ ਉਹਨਾਂ ਨੂੰ ਮਿਲੀਆਂ ਜ਼ਗੀਰਾਂ ਦੇ ਤੌਰ ਦੇ ਉੱਤੇ, ਜਿੱਥੇ ਉਹਨਾਂ ਨੇ ਜਿਹੜਾ ਫਿਰ ਔਰ ਇਹ ਇੱਕ ਹਕੀਕਤ ਹੈ ਕਿ ਵੀ ਇਹਨਾਂ ਦੇ ਵਿੱਚ ਵੀ ਜਦੋਂ ਇੱਕ ਜ਼ਿਮੀਂਦਾਰਾ ਸਿਸਟਮ ਕਾਇਮ ਕੀਤਾ ਮੁਗਲਾਂ ਨੇ ਬਾਅਦ ਦੇ ਵਿੱਚ ਵੀ, ਔਰ ਉਸ ਤੋਂ ਪਹਿਲਾਂ ਵੀ, ਪਹਿਲਾਂ ਦੀ ਹਕੂਮਤ ਕੀ ਸੀ ਕੀ ਨਹੀਂ, ਹਰ ਇੱਕ ਦਾ ਇੱਕ ਆਪਣਾ, ਅਲਾਉਦੀਨ ਦਾ ਕੀ ਸੀ ਕੀ ਨਹੀਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਉਹਨਾਂ ਦੇ ਅੱਗੋਂ ਐਲਕਾਰ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਲੋਧੀ ਪਠਾਣਾ ਦੇ ਰਾਜ ਦੀ ਗੱਲ ਕੀਤੀ ਤੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚਟ ਜਾਓ। ਹੁਣ ਇਹ ਰਾਜੇ, ਜਗੀਰਦਾਰ, ਸਿਕਦਾਰ, ਮਲਕ, ਇਹ ਸਾਰੇ ਜਿਹੜੇ ਉਹਨਾਂ ਨੇ ਅਹੁਦੇ ਕਾਇਮ ਕੀਤੇ, ਹੁਣ ਉਹਦਾ ਵਿਕਟਮ ਜਿਹੜਾ ਵੱਡਾ ਕਿੱਤਾ ਸੀ ਉਹ ਤਾਂ ਖੇਤੀਬਾੜੀ ਹੈ, ਦੂਸਰਾ ਜਿਹੜਾ ਵਪਾਰ ਹੈ ਜਿਹੜਾ ਉਸ ਦੇ ਉੱਤੇ। ਹੁਣ ਜਿਹੜੇ ਖੇਤੀਬਾੜੀ ਵਾਲੇ ਨੇ ਉਹਨਾਂ ਦੇ ਉੱਤੇ ਹੁਣ ਇਵੇਂ ਵੀ ਨਹੀਂ ਸੀ ਕਿ ਬਈ ਨਹਿਰਾਂ ਨਿਕਲੀਆਂ ਹੋਈਆਂ ਜਾਂ ਕੋਈ ਪਰਮਾਨੈਂਟ ਇਰੀਗੇਸ਼ਨ ਦਾ ਪ੍ਰਬੰਧ ਹੈ ਜਾਂ ਕੋਈ ਟਿਊਬਵੈਲ ਲੱਗੇ ਹੋਏ ਨੇ। ਮੀਂਹ ਪੈਂਦੇ ਸੀ, ਫਸਲਾਂ ਹੁੰਦੀਆਂ ਸੀ, ਉਸ 'ਚੋਂ ਹੀ ਕਿਤੇ ਅੱਧਾ ਕਿਤੇ 1/3 ਉਹ ਲਗਾਨ ਦੇ ਤੌਰ ਦੇ ਉੱਤੇ ਉਹ ਕਿਸਾਨਾਂ ਤੋਂ ਵਸੂਲ ਕਰਦੇ ਸੀ। ਵਸੂਲੀ ਵਾਲੇ ਜ਼ਿਮੀਂਦਾਰ ਸੀ, ਆਰਡਰ ਉੱਤੋਂ ਆਉਂਦਾ ਸੀ। ਹੁਣ ਜੇ ਲਗਾਤਾਰਤਾ ਦੇ ਨਾਲ ਜੇ ਫੈਮਿਨ ਹੈ, ਅਕਾਲ ਪੈ ਗਿਆ, ਪਾਣੀ ਮੀਂਹ ਨਹੀਂ ਪਏ, ਤੇ ਮਾਲੀਆ ਉਹਨਾਂ ਨੂੰ ਦੇਣਾ ਹੀ ਪੈਂਦਾ ਸੀ, ਉਹਨਾਂ ਨੂੰ ਹਿੱਸਾ ਦੇਣਾ ਪੈਂਦਾ ਸੀ, ਔਰ ਉਹ ਜ਼ਬਰਦਸਤੀ ਵਸੂਲਦੇ ਸੀ। ਇਸ ਲਈ ਜਿਹੜੀ ਸਭ ਤੋਂ ਪਾਵਰਫੁਲ ਜਿਹੜੀ ਉਹਨਾਂ ਦੀ ਯੂਨਿਟ ਸੀ ਉਹ ਲੋਅਰ ਲੈਵਲ ਦੇ ਉੱਤੇ ਜਗੀਰਦਾਰ ਜ਼ਿਮੀਂਦਾਰ ਸੀ, ਜਿਹੜੇ ਜ਼ੁਲਮ ਕਰਕੇ ਵੀ ਲੋਕ ਭੁੱਖੇ ਮਰ ਰਹੇ ਹੁੰਦੇ ਸੀ, ਲੇਕਿਨ ਉਹਨਾਂ ਤੋਂ ਉਹ ਵਸੂਲ ਕਰਦੇ ਸੀ। ਹੁਣ ਇਹ ਜਿਹੜਾ ਸਾਰਾ ਸਿਸਟਮ ਹੈ ਜਿਹੜਾ ਬਹੁਤ ਦੇਰ ਤੱਕ ਰਿਹਾ, ਅੱਡ-ਅੱਡ ਸਿਸਟਮ ਦੇ ਪੀਰੀਅਡ ਦੇ ਦੌਰਾਨ ਵੀ, ਅੱਡ-ਅੱਡ ਬਾਦਸ਼ਾਹਾਂ ਦੇ ਪੀਰੀਅਡ 'ਚ ਵੀ, ਹੁਣ ਇਸ ਦੇ ਵਿੱਚ ਜਿਹੜਾ ਅਕਬਰ ਦੇ ਪੀਰੀਅਡ 'ਚ ਜਿਹੜਾ ਸੰਦਲ ਪੱਟੀ ਹੈ, ਦਾਦਾ ਦੁੱਲਾ ਭੱਟੀ ਦਾ, ਉਸ ਦੇ ਨਾਲ ਟਕਰਾਅ ਹੁੰਦਾ ਹੈ ਅਕਬਰ ਦਾ, ਔਰ ਉਹ ਜਿਹੜਾ ਉਸ ਨੂੰ ਚੈਲੰਜ ਕਰਦਾ ਹੈ ਕਿ ਭਾਈ ਮੈਂ ਆਮ ਕਿਸਾਨਾਂ ਦੇ ਉੱਤੇ ਜੋ ਵੀ ਉਹਨਾਂ ਨੇ ਧੱਕਾ ਕਰ ਰਹੇ ਹੋਣਗੇ ਉਹਨੇ ਉਹਨਾਂ ਦਾ ਜਿਹੜਾ ਸਾਥੀ ਬਣਨ ਤੋਂ ਨਾ ਕੀਤੀ, ਜੂਝੇ, ਉਹਨਾਂ ਦੀ ਜਿਹੜੀ ਆ ਬਹਾਦਰੀ ਨਾਲ ਲੜਦੇ ਆ, ਉਹਨਾਂ ਨੇ ਸ਼ਹੀਦੀ ਪਾਈ। ਇਵੇਂ ਹੀ ਉਹਨਾਂ ਦੇ ਫਿਰ ਬੇਟੇ ਨੂੰ ਵੀ ਸੰਦਲ ਭੱਟੀ ਦੇ, ਔਰ ਉਹਨਾਂ ਨੂੰ ਫੜ ਕੇ ਪਿਓ ਪੁੱਤਰ ਨੂੰ ਲਾਹੌਰ 'ਚ ਲਿਆ ਕੇ ਉਸ ਪੀਰੀਅਡ 'ਚ ਮਾਰ ਕੇ ਉਹਨਾਂ ਦੇ ਸਰੀਰਾਂ ਦੇ ਵਿੱਚ ਜਿਹੜਾ ਉਹ ਤੂੜੀ ਭਰ ਕੇ ਉਹਨਾਂ ਨੂੰ ਦਰਵਾਜ਼ਿਆਂ 'ਤੇ ਲਟਕਾ, ਕਿਉਂਕਿ ਇਹ ਤਰੀਕਾ ਸੀ ਉਹਨਾਂ ਦਾ ਇਹ ਦੱਸਣ ਦੇ ਲਈ ਕਿ ਵੀ ਇਹ ਜਿਹੜਾ ਅਸੀਂ ਜਿਹੜਾ ਉਹ ਤੁਹਾਨੂੰ ਬਾਕੀ ਲੋਕਾਂ ਨੂੰ ਸਬਕ ਸਿਖਾਉਣ ਦੇ ਲਈ, ਜਿਵੇਂ ਖਾਨ ਜਿਹਨੇ ਚੰਗੇਜ਼ ਖਾਨ ਔਰ ਹਲਾਕੂ ਇਹ ਖੋਪੜੀਆਂ ਦੇ ਮੀਨਾਰ ਬਣਾ ਦਿੰਦੇ ਸੀ, ਕਿਉਂਕਿ ਖੋਪੜੀਆਂ ਕੈਲਸ਼ੀਅਮ ਫਾਸਫੋਰਸ ਹੁੰਦਾ ਹੈ, ਰਾਤ ਨੂੰ ਹਨੇਰੇ ਦੇ ਵਿੱਚ ਵੀ ਜਿਹੜਾ ਉਹ ਪੂਰਾ ਮੀਨਾਰ ਚਮਕਦਾ ਹੈ, ਔਰ ਇਹ ਡਰ ਤੇ ਖੌਫ ਪੈਦਾ ਕਰਨ। ਹੁਣ ਜਦੋਂ ਦੁੱਲਾ ਭੱਟੀ ਦਾ ਬਾਪ ਸ਼ਹੀਦ ਹੁੰਦਾ ਹੈ, ਉਦੋਂ ਅਜੇ ਦੁੱਲਾ ਭੱਟੀ ਗਰਭ ਦੇ ਵਿੱਚ ਹੈ ਮਾਂ ਦੇ, ਲੱਧੀ ਉਹਨਾਂ ਦੀ ਮਾਂ ਦਾ ਨਾਂ ਹਿਸਟਰੀ ਦੇ ਵਿੱਚ ਜਾਂ ਜਿਹੜੇ ਇਸ ਰਿਸਰਚਰ ਨੇ ਇਸ ਪਾਸੇ ਦੇ, ਔਰ ਉਹ ਗਰੋ ਕਰਦਾ। ਫਿਰ ਇਹਦੇ ਨਾਲ ਬਹੁਤ ਸਾਰੀਆਂ ਹੋਰ ਕਹਾਣੀਆਂ ਜੁੜ ਜਾਂਦੀਆਂ ਵੀ, ਕਿਉਂਕਿ ਜਿਹੜਾ ਉਹ ਸ਼ੇਖੂ ਜਿਹੜਾ ਜਹਾਂਗੀਰ ਬਣਦਾ ਉਹਦਾ ਵੀ ਜਨਮ ਉਸੇ ਵੇਲੇ ਹੁੰਦਾ ਹੈ, ਉਹਨੂੰ ਵੀ ਉਹ ਲੱਧੀ ਜਿਹੜੀ ਹੈ ਉਹ ਦੁੱਧ ਪਿਆਉਂਦੀ ਹੈ ਆਪਣਾ। ਅਕਬਰ ਚਾਹੁੰਦਾ ਹੈ ਕਿ ਵੀ ਇਹ ਬਹਾਦਰ ਰਾਜਪੂਤ ਔਰਤ ਜਿਹੜੀ ਹੈ ਇਹ ਫਿਰ ਜਿਹੜੇ ਕਿੱਸਾਕਾਰ ਹੁੰਦੇ ਨੇ ਜਾਂ ਕਹਾਣੀਕਾਰ ਹੁੰਦੇ ਨੇ ਉਹਨਾਂ ਨੇ ਕਈ ਕੁਝ, ਪਰ ਮੁੱਕਦੀ ਗੱਲ ਇਹ ਹੈ ਕਿ ਵੀ ਦੁੱਲਾ ਭੱਟੀ ਨੂੰ ਜਦੋਂ ਜਵਾਨ ਹੁੰਦਾ ਹੈ ਔਰ ਇੱਕ ਦਰਸ਼ਨੀ ਨੌਜਵਾਨ ਔਰ ਬੇਖੌਫ ਔਰ ਹਰ ਪੱਖੋਂ ਦੂਸਰਾ, ਉਦੋਂ ਉਸ ਨੂੰ ਇਹ ਹਕੀਕਤ ਪਤਾ ਲੱਗਦੀ ਹੈ। ਕੋਈ ਬੋਲੀ ਮਾਰਦਾ, ਕੋਈ ਤਾਨਾ ਮਾਰਦਾ ਹੈ ਕਿ ਕੀ ਹੈ ਕਿ ਵੀ ਤੂੰ ਬੜਾ ਬਣਿਆ ਫਿਰਦਾ, ਤੂੰ ਆਪਣੇ ਬਾਪ ਦਾਦੇ ਦਾ ਬਦਲਾ ਨਹੀਂ ਲਿਆ। ਔਰ ਫਿਰ ਉਹ ਆਪਣੀ ਮਾਂ ਨੂੰ ਪੁੱਛਦਾ ਕਿ ਵੀ ਮਾਂ ਮੈਨੂੰ ਸੱਚੀ ਗੱਲ ਦੱਸ ਵੀ ਕੀ ਹੈ। ਉਹਨੇ ਕਿਹਾ ਵੀ ਇਹ ਜੋ ਤੈਨੂੰ ਕਿਹਾ, ਤਾਨਾ ਮਾਰਿਆ, ਕਿਸੇ ਨੇ ਬੋਲੀ ਮਾਰੀ, ਬਿਲਕੁਲ ਠੀਕ ਹੈ। ਇਹ ਅਕਬਰ ਨੇ ਉਹਨੇ ਫਿਰ ਉਹ ਬਗਾਵਤ ਦਾ ਰਸਤਾ ਚੁਣਦਾ। ਔਰ ਇਹ ਵੀ ਕਿਹਾ ਜਾਂਦਾ ਵੀ ਮਾਂ ਜਿਹਨੇ ਬੱਚੇ ਨੂੰ ਪਾਲਿਆ ਉਹ ਕੋਠੇ ਕੁਝ ਖੋਲ ਦਿੰਦੀ ਹੈ ਜਿਨ੍ਹਾਂ ਦੇ ਵਿੱਚ ਹਥਿਆਰ ਰੱਖੇ ਹੋਏ ਨੇ ਕਿ ਆਹ ਲੈ, ਜੇ ਤੂੰ ਮੇਰਾ ਦੁੱਧ ਹੁਣ ਚੁੰਘਿਆ, ਮੇਰਾ ਪੁੱਤ ਹੈ ਤੇ ਬਦਲਾ ਲੈਣਾ ਹੈ। ਔਰ ਦੂਸਰਾ ਉਹ ਕਿੰਨੀਆਂ ਬੰਦੂਕਾਂ ਕੋ 500 ਲਿਖਿਆ ਕਿ ਕਿਤੇ ਕੁਛ ਹੋਰ ਹੈ, ਕਿੱਸਾਕਾਰ ਹੀ ਹੈ ਸਾਰਿਆਂ ਦੇ ਵਿੱਚ। ਔਰ ਉਹ ਫਿਰ ਦੁੱਲਾ ਭੱਟੀ ਜਿਹੜਾ ਹੈ ਉਹ ਪੂਰਾ ਬਗਾਵਤ ਦੇ ਰਸਤੇ ਤੇ ਤੁਰਦਾ। ਔਰ ਉਹੀ ਪੀਰੀਅਡ ਹੈ ਦੁੱਲਾ ਭੱਟੀ ਦਾ, ਜਿਵੇਂ ਮੈਂ ਕਿਹਾ
ਕਿ ਗੁਰੂ ਅਰਜਨ ਸਾਹਿਬ ਨੇ, ਔਰ ਉਸ ਪੀਰੀਅਡ 'ਚ ਅਸੀਂ ਜਦੋਂ ਸਿੱਖ ਇਤਿਹਾਸ ਵੀ ਦੇਖਦੇ ਹਾਂ ਕਿ ਉਸ ਸਾਲ 'ਚ ਜਦੋਂ ਗੁਰੂ ਅਰਜਨ ਸਾਹਿਬ ਨੇ ਦੇਖਿਆ ਕਿ ਵੀ ਅਕਾਲ ਪਿਆ ਤਾਂ ਉਹਨਾਂ ਨੇ ਈਵਨ ਅਕਬਰ ਨੂੰ ਇਹ ਕਿਹਾ, ਅਕਬਰ ਜਦੋਂ ਆਇਆ, ਹਾਲਾਂਕਿ ਸਾਡੀ ਰਵਾਇਤ ਦੇ ਵਿੱਚ ਅਸੀਂ ਗੁਰੂ ਅਮਰਦਾਸ ਜੀ ਨਾਲ ਜੋੜਦੇ ਹਾਂ ਕਿ ਅਕਬਰ ਆਇਆ ਔਰ ਗੋਇੰਦਵਾਲ ਸਾਹਿਬ ਦੇ ਮੁਕਾਮ ਤੇ, ਪਰ ਜਿਹੜੇ ਕੁਝ ਹਿਸਟੋਰੀਕਲ ਅਕਾਊਂਟ ਨੇ, ਕਿਉਂਕਿ ਅਕਬਰ ਦਾ ਲੰਬਾ ਰੂਲ ਰਿਹਾ, ਗੁਰੂ ਅਮਰਦਾਸ ਜੀ ਦੇ ਵੇਲੇ ਵੀ ਉਹ ਬਾਦਸ਼ਾਹ ਸੀ, ਉਦੋਂ ਵੀ ਆਇਆ ਹੋ ਸਕਦਾ, ਪਰ ਇਹ ਹੈ ਕਿ ਵੀ ਉਹ ਗੁਰੂ ਅਰਜਨ ਸਾਹਿਬ ਨੂੰ ਵੀ ਮਿਲਣ ਆਇਆ ਗੋਇੰਦਵਾਲ ਦੇ ਮੁਕਾਮ ਤੇ, ਔਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਅਕਾਲ ਪਿਆ ਨੇ, ਮਾਲੀਆ ਜਿਹੜਾ ਇਹ ਮਤ ਲਓ ਕਿਸਾਨਾਂ ਤੋਂ, ਮੰਨ ਗਿਆ ਉਹ। ਹੁਣ ਇਹੀ ਪਾਰਟ ਚੱਲ ਰਿਹਾ ਜਦੋਂ ਕਿ ਲਾਹੌਰ ਦੇ ਵਿੱਚ ਸ਼ਾਹ ਹੁਸੈਨ ਹੈ ਜਿਹੜਾ ਇੱਕ ਸ਼ਾਇਰ ਦੇ ਤੌਰ ਤੇ ਅੱਜ ਵੀ ਪੰਜਾਬੀ ਲਿਟਰੇਚਰ 'ਚ ਜਦੋਂ ਅਸੀਂ ਦੇਖਦੇ ਹਾਂ ਉਸ ਦਾ ਇੱਕ ਆਪਣਾ ਨਾਂ ਹੈ, ਔਰ ਦੁੱਲਾ ਭੱਟੀ ਜਿਹੜਾ ਹੈ ਉਹ ਬਗਾਵਤ ਦਾ ਰਸਤਾ ਚੁਣਦਾ, ਔਰ ਕਿਉਂਕਿ ਔਰ ਇੰਨੀ ਜ਼ਬਰਦਸਤ ਇਹਨਾਂ ਭੱਟੀ ਰਾਜਪੂਤਾਂ ਦੀ ਜਿਹੜੀ ਬਗਾਵਤ ਸੀ ਔਰ ਜਿਹੜੇ ਲੋਕ ਨਾਲ ਜੁੜਦੇ ਗਏ ਕਿ ਲੰਬਾ ਵਕਤ ਅਕਬਰ ਨੂੰ ਖੁਦ ਵੀ ਲਾਹੌਰ ਰਹਿਣਾ ਪਿਆ ਕਿਉਂਕਿ ਇਹਨਾਂ ਦੀ ਬਗਾਵਤ ਨੂੰ ਦਬਾਇਆ ਕਿਵੇਂ ਜਾਏ, ਔਰ ਬਾਅਦ ਦੇ ਵਿੱਚ ਜਹਾਂਗੀਰ ਤਾਂ ਉਹਦੇ ਲਈ ਤਾਂ ਰਾਜਧਾਨੀ ਹੀ ਲਾਹੌਰ ਸੀ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਦੁੱਲਾ ਭੱਟੀ ਉਸ ਲੋਕ ਨਾਇਕ ਵਜੋਂ ਉੱਭਰਿਆ ਜਿਹਨੇ ਲੰਬਾ ਵਕਤ ਮੁਗਲਿਆ ਫੌਜ ਨੂੰ ਜਾਂ ਮੁਗਲਿਆ ਸਲਤਨਤ ਨੂੰ ਚੈਨ ਦੀ ਨੀਂਦ ਨਹੀਂ ਸੌਣ ਦਿੱਤਾ, ਉਹ ਆਮ ਲੋਕਾਂ ਦੇ ਹੱਕਾਂ ਦਾ ਰਾਖਾ ਬਣ ਕੇ ਜਿਹੜਾ ਉੱਭਰਿਆ, ਔਰ ਜਿਹੜਾ ਉਹਨਾਂ ਦੀ ਨੂੰ ਸਮਰਪਿਤ ਗੀਤ ਵੀ ਹੈ ਕਿ ਭਾਈ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ। ਹੁਣ ਇਹ ਸੁੰਦਰੀ ਤੇ ਮੁੰਦਰੀ ਦੋ ਹਿੰਦੂ ਕੁੜੀਆਂ ਦੀ ਕਹਾਣੀ ਦੇ ਨਾਲ ਇਸ ਗੀਤ ਨੂੰ ਜੋੜਿਆ ਜਾਂਦਾ ਹੈ ਕਿ ਜਿਸ ਨੂੰ ਧੱਕੇ ਦੇ ਨਾਲ ਜਿਹੜਾ ਕੋਈ ਜਿਹੜੇ ਇਹਨਾਂ ਦੇ ਜਿਹੜੀ ਮੁਗਲਿਆ ਸਲਤਨਤ ਦੇ ਹੀ ਵੱਡੇ ਅਹੁਦੇਦਾਰ ਸੀ ਉਹਨਾਂ ਦੀ ਮਾੜੀ ਨਜ਼ਰ ਸੀ, ਔਰ ਉਹ ਉਹਨਾਂ ਨੂੰ ਜਿਹੜਾ ਅਗਵਾ ਕਰਕੇ ਲੈ ਗਏ ਜਾਂ ਕਰਨਾ ਚਾਹੁੰਦੇ ਸੀ ਦੁੱਲਾ ਭੱਟੀ ਤੱਕ, ਕਿਉਂਕਿ ਜਿਹੜੇ ਫਿਰ ਲੋਕ ਨਾਇਕ ਹੁੰਦੇ ਨੇ, ਜਿਵੇਂ ਅਸੀਂ ਬ੍ਰਿਟਿਸ਼ ਸੁਸਾਇਟੀ ਰੋਬਿਨ ਹੁੱਡ ਦਾ ਕਾਨਸੈਪਟ ਦੇਖਦੇ ਹਾਂ, ਜਾਂ ਸਾਡੇ 'ਚ ਜੇ ਦੁੱਲਾ ਭੱਟੀ ਜਾਂ ਜੱਗਾ ਡਾਕੂ, ਹੁਣ ਜੇ ਜੱਗੇ ਨੂੰ ਲੈ ਕੇ ਇਹ ਹੈ ਕਿ ਵੀ ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ, ਇੱਕ ਦੇ ਮੈਂ ਦੋ ਜੰਮ, ਭਾਵੇਂ ਫਿਲਮੀ ਗੀਤ, ਪਰ ਇਹ ਲੋਕਾਂ ਦੇ ਵਿੱਚ ਜਿਹੜੇ ਨਾਇਕ ਨੇ ਉਹਨਾਂ ਨੂੰ ਭਾਵੇਂ ਹਕੂਮਤਾਂ ਸਿਸਟਮ ਖਲਨਾਇਕ ਦੇ ਤੌਰ ਤੇ ਪ੍ਰੈਜ਼ੈਂਟ ਕਰਦਾ। ਇੱਕ ਤਾਂ ਉਸ ਸਮਾਜਿਕ ਢਾਂਚੇ ਦੀ ਦੇਣ ਹੁੰਦੇ ਨੇ ਜਿਹੜਾ ਸਮਾਜਿਕ ਢਾਂਚਾ ਨਾ ਬਰਾਬਰੀ ਦਿਖਾਉਂਦਾ, ਉਹਦੇ ਚੋਂ ਨਿਕਲਦੇ ਨੇ, ਜਾਂ ਜਦੋਂ ਉਹਨਾਂ ਦੇ ਨਾਲ ਧੱਕਾ ਹੁੰਦਾ ਹੈ ਤੇ ਉਹ ਰਿਵੈਂਜ ਦੇ ਤੌਰ ਤੇ ਨਿਕਲਦੇ ਨੇ। ਜੱਗਾ ਡਾਕੂ ਜਿਹੜਾ ਜਗਤ ਸਿੰਘ ਵਿਰਕ, ਇੱਕ ਸਿੱਖ ਵਿਰਕ ਪਰਿਵਾਰ ਦਾ, ਉਸ ਦੀ ਆਪਣੀ ਕਹਾਣੀ ਹੈ, ਲੇਕਿਨ ਅਸੀਂ ਜੇ ਦੁੱਲਾ ਭੱਟੀ ਤੇ ਫੋਕਸ ਕਰੀਏ ਤੇ ਫਿਰ ਇਹ ਹੈ ਕਿ ਉਸ ਨੂੰ ਪਤਾ ਲੱਗਦਾ ਧੱਕਾ ਹੋ ਰਿਹਾ, ਉਹ ਆਪਣੀ ਸਾਥੀਆਂ ਦੇ ਨਾਲ ਜਾਨ ਜੋਖਮ 'ਚ ਪਾ ਕੇ ਉਹਨਾਂ ਬੱਚੀਆਂ ਨੂੰ ਉਸ ਥਾਂ ਦੇ ਉੱਤੋਂ ਛਡਾਉਂਦਾ ਵੀ ਹੈ, ਔਰ ਫਿਰ ਯੋਗ ਜਿਹੜੇ ਹਿੰਦੂ ਮੁੰਡੇ ਲੱਭ ਕੇ ਉਹਨਾਂ ਦਾ ਵਿਆਹ ਵੀ ਕਰਦਾ ਬੜੀ ਸ਼ਾਨ ਦੇ ਨਾਲ। ਔਰ ਇਹ ਸਾਰਾ ਜਿਹੜਾ ਗੀਤ ਹੈ ਜਿਸ ਦੇ ਵਿੱਚ ਕਿ ਭਾਈ ਦੁੱਲਾ ਉਹਨਾਂ ਨੂੰ ਧੀ ਬਣਾ ਕੇ, ਕਿਉਂਕਿ ਇਹ ਇੰਪੋਰਟੈਂਟ ਹੈ ਜਦੋਂ ਅੱਜ ਦੇ ਇਸ ਹਿੰਦੂਤਵੀ ਸੁਸਾਇਟੀ ਦੇ ਵਿੱਚ ਹਰ ਚੀਜ਼ ਨੂੰ ਮੁਸਲਮਾਨਾਂ ਦੇ ਨਾਲ ਨਫ਼ਰਤ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਬਾਦਸ਼ਾਹਾਂ ਦਾ ਕਿਰਦਾਰ ਉਹ ਆਪਣੇ ਮਜ਼ਹਬ ਵਾਲਿਆਂ ਨਾਲ ਕਿਹੜੀ ਘੱਟ ਕਰਦੇ ਸੀ, ਉਹ ਜਿਹੜਾ ਜ਼ਾਲਮ ਹੁੰਦਾ ਜ਼ਾਲਮ ਹੁੰਦਾ। ਹੁਣ ਇਹ ਗੀਤ ਜਿਹੜਾ ਲੋਕਾਂ ਦੀਆਂ ਯਾਦਾਂ 'ਚ ਵਸਿਆ ਹੋਇਆ, ਔਰ ਸਦੀਆਂ ਤੋਂ, ਅੱਜ ਅਸੀਂ 4 ਸਦੀਆਂ ਬਾਅਦ ਗੱਲ ਕਰ ਰਹੇ ਹਾਂ, ਅੱਜ ਵੀ ਉਸ ਦੇ ਬੋਲ ਉਹੀ ਨੇ ਜਦੋਂ ਅਸੀਂ ਗਰੋ ਹੋ ਰਹੇ ਸੀ, ਉਦੋਂ ਵੀ ਹੋਏ ਸੀ ਕਿ ਭਾਈ ਉਹਨੇ ਧੀ ਬਣਾ ਕੇ ਉਹਨਾਂ ਨੂੰ ਵਿਆਹਿਆ, ਸੇਰ ਸ਼ੱਕਰ ਪਾਈ, ਔਰ ਉਹਨਾਂ ਦੇ ਸਾਲੂ ਪਾਟਿਆ। ਹੁਣ ਸਾਲੂ ਵਿਆਹ ਦੇ ਮੌਕੇ ਬੱਚੀ ਦੇ ਸਿਰ ਦੇ ਉੱਤੇ ਜਿਹੜਾ ਲਾਲ ਕੱਪੜਾ ਹੈ ਉਹ ਸਾਲੂ ਹੈ, ਤੇ ਜਿਹੜਾ ਬੇਅਦਬ ਕਰਨਾ ਚਾਹੁੰਦਾ ਉਹਦਾ ਸਾਲੂ ਪਾਟਿਆ, ਪਰ ਉਸ ਨੂੰ ਉਸ ਲਾਲ ਸਾਲੂ ਦੇ ਨਾਲ ਢੱਕ ਦਿੰਦਾ ਹੈ, ਔਰ ਉਹਨਾਂ ਨੂੰ ਆਪਣੀਆਂ ਧੀਆਂ ਬਣਾ ਕੇ ਉਹ ਜਿਹੜਾ ਉਹ ਰੁਖਸਤ ਕਰਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜਿੱਥੇ ਅਸੀਂ ਆਪਣੇ ਇਸ ਸਾਰੇ ਪੀਰੀਅਡ 'ਚੋਂ ਗੁਜ਼ਰ ਰਹੇ ਹਾਂ, ਇੱਕ ਸੰਘਰਸ਼, ਇੱਕ ਸਟਰਗਲ ਹੈ, ਇਹ ਵੀ ਪੰਜਾਬ ਦੀ ਧਰਤੀ ਦੇ ਹਿੱਸੇ ਆਇਆ, ਔਰ ਕਿ ਇੱਥੇ ਯੋਧਿਆਂ ਨੇ ਵਕਤਨ ਬਾ ਵਕਤਨ ਜਿਹੜਾ ਅਣਖ ਦੇ ਲਈ, ਗੈਰਤ ਦੇ ਲਈ, ਔਰ ਇਹ ਈਵਨ ਬ੍ਰਿਟਿਸ਼ ਪੀਰੀਅਡ ਵੀ, ਭਾਵੇਂ ਬਹੁਤ ਸਾਰਿਆਂ ਨੂੰ ਹਿੰਦੂ ਤਵੀਆਂ ਨੇ ਤਾਂ ਆਪਣਿਆਂ ਨੂੰ ਹੀ ਜਿਹੜੇ ਉਹ ਕਈ ਉਹ ਨੇ ਜਿਨ੍ਹਾਂ ਨੇ
ਕਿਤੇ ਇੱਕ ਕਾਨਾ ਵੀ ਜਿਹੜਾ ਉਹ ਨਹੀਂ ਤੋੜਿਆ, ਉਹਨਾਂ ਨੇ ਹੀਰੋ ਬਣਾਇਆ ਹੋਇਆ ਔਰ ਬਹੁਤ ਸਾਰੇ ਜਿਹੜੇ ਨੇ ਜਿਨ੍ਹਾਂ ਨੇ ਵਕਤਨ ਬਾ ਵਕਤਨ ਚੈਲੰਜ ਕੀਤਾ। ਸੋ ਅਸੀਂ ਇਹ ਤਾਂ ਨਹੀਂ ਹੈ ਵੀ ਅਸੀਂ ਕੋਈ ਪ੍ਰੋਪਰ ਇਨਸਾਫ ਕਰ ਰਹੇ ਹਾਂ ਇਹ ਸਾਰੇ ਦੁੱਲਾ ਭੱਟੀ ਦੇ ਕਿਰਦਾਰ ਨਾਲ, ਪਰ ਪਿਛਲੇ ਦਿਨਾਂ 'ਚ ਇੱਕ ਬੀਬੀ ਜੀ ਜਿਹੜੇ ਜਿਨ੍ਹਾਂ ਨੇ ਸੰਪਰਕ ਕੀਤਾ TV 84 ਦੇ ਨਾਲ ਜੁੜੇ ਹੋਏ ਨੇ, ਐਡਮਾਇਰ ਕੀਤਾ, ਉਹਨਾਂ ਨੇ ਬੜੇ ਫਖਰ ਨਾਲ ਜਦੋਂ ਆਪਣੀ ਇੰਟਰੋਡਕਸ਼ਨ ਵੀ ਕਰਵਾਈ ਤਾਂ ਉਹਨਾਂ ਨੇ ਦੁੱਲਾ ਭੱਟੀ ਦੇ ਪਰਿਵਾਰ ਨਾਲ ਹੋਣ ਦਾ ਜ਼ਿਕਰ ਕੀਤਾ। ਸੋ ਕੁਦਰਤੀ ਮੇਰੇ ਮਨ 'ਚ ਵੀ ਇਹ ਆਇਆ, ਮੈਂ ਕਿਹਾ ਕਿ ਭਾਈ ਇਹ ਸਾਡੇ ਬਹਾਦਰ ਕਿਰਦਾਰ ਨੇ। ਜੇ ਰਾਏ ਬੁਲਾਰ ਭੱਟੀ ਨੂੰ ਜਦੋਂ ਵੀ ਅਸੀਂ ਇਹ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਿੱਖ ਕੌਣ ਹੈ, ਜ਼ਾਹਰ ਹੈ ਮਾਤਾ ਨਾਨਕੀ ਨੇ ਪਛਾਣਿਆ, ਪਰ ਰਾਏ ਬੁਲਾਰ ਭੱਟੀ ਹੈ ਜਿਹਨੇ, ਔਰ ਉਹ ਰਾਏ ਬੁਲਾਰ ਜਿਹਨੇ ਆਪਣਾ ਸੀਸ ਜਿਹੜਾ ਅੰਤਮ ਸਾਹ ਵੀ ਉਹਨਾਂ ਨੇ ਯਾਦ ਕੀਤਾ ਗੁਰੂ ਨਾਨਕ ਪਾਤਸ਼ਾਹ, ਉਹਨਾਂ ਦੀ ਗੋਦ ਦੇ ਵਿੱਚ ਹੀ ਲਿਆ। ਸੋ ਇਹ ਜਿਹੜੇ ਪੈਰਲਲ ਕਿਰਦਾਰ ਨੇ। ਔਰ ਉਸ ਪੀਰੀਅਡ 'ਚ ਜਦੋਂ ਦੁੱਲਾ ਭੱਟੀ ਨੂੰ ਧੋਖੇ ਦੇ ਨਾਲ ਲਾਹੌਰ ਸੱਦ ਕੇ ਜਿਹੜਾ ਉਹ ਬਾਅਦ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ, ਔਰ ਉਹ ਸਾਰੇ ਪੀਰੀਅਡ 'ਚ ਉਸ ਇਕੱਠ ਦੇ ਵਿੱਚ ਸ਼ਾਹ ਹੁਸੈਨ ਵੀ ਸ਼ਾਮਲ ਹੈ ਜਿਹੜਾ ਇੱਕ ਸ਼ਾਇਰ ਦੇ ਤੌਰ 'ਤੇ। ਔਰ ਇਹ ਜਿਹੜਾ ਲੋਕਾਂ ਦੀਆਂ ਯਾਦਾਂ 'ਚੋਂ ਦੁੱਲਾ ਭੱਟੀ ਉਹ ਮਿਟਾ ਨਹੀਂ ਸਕੇ। ਉਹ ਭਾਵੇਂ ਚੜ੍ਹਦਾ ਪੰਜਾਬ ਹੈ, ਲਹਿੰਦਾ ਪੰਜਾਬ। ਔਰ ਚੰਗੀ ਗੱਲ ਇਹ ਹੈ ਕੁਝ ਸਮਾਂ ਪਹਿਲਾਂ ਤੱਕ ਪਾਕਿਸਤਾਨ ਦੇ ਵਿੱਚ ਇਹਨਾਂ ਲੋਕ ਨਾਇਕ ਲੋਹੜੀ ਨੂੰ ਵੀ ਜਿਹੜਾ ਉਹ ਹਿੰਦੂਆਂ ਜਾਂ ਸਿੱਖਾਂ ਦੇ ਨਾਲ ਜੋੜ ਕੇ ਹੀ ਜਿਹੜਾ ਉਹ ਨਕਾਰਿਆ ਹੋਇਆ ਸੀ। ਔਰ ਅੱਜ ਜਦੋਂ ਮੈਂ ਖਬਰ ਵੀ ਦੇਖੀ ਔਰ ਇਸ ਖਬਰ ਨੇ ਵੀ ਮੈਨੂੰ ਇਸ ਪਾਸੇ ਗੱਲ ਕਰਨ ਦੇ ਲਈ ਜਿਹੜਾ ਉਤਸ਼ਾਹਿਤ ਕੀਤਾ ਕਿ ਟ੍ਰਿਬਿਊਟਸ ਪੇਡ ਟੂ ਦੁੱਲਾ ਭੱਟੀ ਔਨ ਲੋਹੜੀ ਐਟ ਲਾਹੌਰ ਗ੍ਰੇਵ। ਹੁਣ ਦੁੱਲਾ ਭੱਟੀ ਦੀ ਜਿਹੜੀ ਕਬਰ ਹੈ ਉਹ ਮਿਆਣੀ ਸਾਹਿਬ ਗ੍ਰੇਵ ਯਾਰਡ ਹੈ ਲਾਹੌਰ ਦੇ ਵਿੱਚ, ਉੱਥੇ ਮੌਜੂਦ ਹੈ। ਔਰ ਇਹ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੀ ਉਹਨਾਂ ਦੇ ਅਹੁਦੇਦਾਰਾਂ ਨੇ ਜਾ ਕੇ ਔਰ ਦਰਸ਼ਕ ਇਹ ਪਿਕਚਰ ਵੀ ਦੇਖ ਸਕਦੇ ਨੇ। ਉਸ ਗ੍ਰੇਵ ਦੇ ਉੱਤੇ ਦੁੱਲਾ ਭੱਟੀ ਦੇ ਜਿਹੜੇ ਨੇ ਉਹ ਫੁੱਲ ਭੇਟ ਕੀਤੇ। ਔਰ ਉਸ ਫਾਊਂਡੇਸ਼ਨ ਦੇ ਚੇਅਰਮੈਨ ਨੇ ਇਮਤਿਆਜ਼ ਰਸ਼ੀਦ ਕੁਰੈਸ਼ੀ ਤੇ ਮਲਕੀਅਤ, ਔਰ ਇਹ ਉਹਦੇ ਨਾਲ ਉਹਨਾਂ ਦੇ ਸੀਨੀਅਰ ਵਾਈਸ ਚੇਅਰਮੈਨ ਵੀ ਇੰਤਸ਼ਾਮ ਉਲ ਹਸਨ ਉਹ ਮੌਜੂਦ ਸੀ। ਉਹਨਾਂ ਨੇ ਪ੍ਰੇਅਰਸ ਕੀਤੀਆਂ, ਪੇਡ ਗਲੋਇੰਗ ਟ੍ਰਿਬਿਊਟਸ ਟੂ ਕਰੇਜ, ਹਿਊਮਿਲਿਟੀ, ਲਾਈਫ ਲੌਂਗ ਰੈਜ਼ਿਸਟੈਂਸ ਅਗੇਂਸਟ ਇਨਜਸਟਿਸ। ਔਰ ਨਾਲ ਦੀ ਨਾਲ ਉਹਨਾਂ ਨੇ ਫਿਰ ਉੱਥੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੀ ਦੁੱਲਾ ਭੱਟੀ ਕੋਈ ਛੋਟਾ ਕਰੈਕਟਰ ਨਹੀਂ ਹੈ ਹਿਸਟਰੀ ਦਾ, ਇਹ ਬਹੁਤ ਵੱਡਾ ਸਿੰਬਲ ਹੈ ਰੈਜ਼ਿਸਟੈਂਸ ਦਾ, ਆਨਰ ਦਾ, ਤੇ ਜਿਹੜੇ ਦਬੇ ਲੋਕ ਨੇ ਉਹਨਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਦਾ। ਔਰ ਉਹਨਾਂ ਨੇ ਕਿਹਾ ਵੀ ਮੁਗਲ ਈਰਾ ਦੇ ਪੀਰੀਅਡ ਜਦੋਂ ਕਿ ਇੰਪੀਰੀਅਲ ਪਾਵਰ ਆਪਣੀ ਐਰੋਗੈਂਸ ਦਿਖਾ ਰਹੀ ਸੀ, ਦੁੱਲਾ ਭੱਟੀ ਨੇ ਉਹਨਾਂ ਹਾਕਮਾਂ ਨੂੰ ਚੈਲੰਜ ਕੀਤਾ ਔਰ ਬੇਇਨਸਾਫੀ ਦੇ ਖਿਲਾਫ ਉਹ ਡਟ ਕੇ ਖੜੋਤੇ। ਜਦੋਂ ਕਿ ਬਹੁਤੇ ਲੋਕ ਜ਼ੁਲਮ ਦੇ ਸਾਹਮਣੇ ਚੁੱਪ ਕਰਨ ਵਾਲੇ ਸੀ, ਉਹਨਾਂ ਨੇ ਕਿਹਾ ਵੀ ਅੱਜ ਵੀ ਦੁੱਲਾ ਭੱਟੀ ਲੋਕਾਂ ਦੀ ਸਾਂਝੀ ਮੈਮਰੀ ਦੇ ਵਿੱਚ, ਕਲੈਕਟਿਵ ਮੈਮਰੀ ਦੇ ਵਿੱਚ ਉਹ ਜਿਉਂਦਾ ਹੈ। ਔਰ ਇਹੀ ਲੋਹੜੀ ਦਾ ਜਿਹੜਾ ਦਿਨ ਹੈ ਇਹ ਇਨਫੈਕਟ ਦੁੱਲਾ ਭੱਟੀ ਨੂੰ ਸਮਰਪਿਤ ਹੀ ਇੱਕ ਦਿਨ ਬਣ ਗਿਆ। ਔਰ ਇਹ ਜਿਹੜਾ ਈਵਨ ਦੁੱਲਾ ਭੱਟੀ ਦਾ ਕਿਰਦਾਰ ਕਿ ਹਿੰਦੂ ਕੁੜੀਆਂ ਨੂੰ ਮੁਗਲ ਰੂਲਰਸ ਦੇ ਜ਼ੁਲਮ ਤੋਂ ਛੁਡਾ ਕੇ ਉਹਨਾਂ ਨੂੰ ਜਿਹੜਾ ਮਹਿਫੂਜ਼ ਕਰਨਾ, ਇਹ ਬਹੁਤ ਵੱਡਾ ਇਨਸਾਨੀ ਕਾਰਜ ਹੈ, ਇਨਸਾਨੀ ਕੰਮ ਹੈ। ਔਰ ਉਹਨਾਂ ਨੇ ਮੰਗ ਵੀ ਕੀਤੀ ਕਿ ਭਾਈ ਇੰਨਾ ਵੱਡਾ ਜਿਹੜਾ ਹੀਰੋ ਹੈ ਉਸ ਦੀ ਕਬਰ ਨਿਗਲੈਕਟਡ ਹੈ ਬਿਲਕੁਲ। ਉੱਥੇ ਹੋਰ ਵੀ ਜਿਹੜੀਆਂ ਐਨਕਰੋਚਮੈਂਟਸ ਔਰ ਦੂਸਰੀਆਂ ਤੀਸਰੀਆਂ ਹੋ ਰਹੀਆਂ, ਉਹਨਾਂ ਨੇ ਡਿਮਾਂਡ ਵੀ ਕੀਤਾ ਗਵਰਨਮੈਂਟ ਤੋਂ ਕਿ ਭਾਈ ਇਸ ਨੂੰ ਜਿਹੜੀ ਉਹਨਾਂ ਦੀ ਸੂਟੇਬਲ ਯਾਦਗਾਰ ਬਣਾਈ ਜਾਏ। ਔਰ ਦੂਸਰਾ ਮੈਂ ਸਮਝਦਾ ਵੀ ਹੁਣ ਜਦੋਂ ਕਿ ਦੋਵੇਂ ਪੰਜਾਬਾਂ ਦੇ ਵਿੱਚ ਇੱਕ ਸਾਂਝਾਂ ਦੀ ਗੱਲ ਵੀ ਆਪਸ ਦੇ ਵਿੱਚ ਅਸੀਂ, ਔਰ ਮੈਂ ਦੇਖਦਾ ਵੀ ਲਹਿੰਦੇ ਪੰਜਾਬ 'ਚ ਵੀ ਇੱਕ ਟ੍ਰੈਂਡ ਹੈ ਪੰਜਾਬੀ ਜ਼ੁਬਾਨ ਵੱਲ ਮੁੜਨ ਦਾ ਵੀ ਔਰ ਆਪਣੇ ਹੀਰੋਆਂ ਨੂੰ ਪਛਾਣਨ ਦਾ ਵੀ। ਮਜ਼ਹਬ ਜੋ ਵੀ ਹੋਏ ਇਹਦੇ ਬਾਵਜੂਦ ਜਿਹੜੇ ਧਰਤੀ ਦੇ ਬਹਾਦਰ ਸਪੁੱਤਰ ਸਪੁੱਤਰੀਆਂ ਨੇ ਉਹਨਾਂ ਨੂੰ ਯਾਦ ਕਰਨਾ ਇਹ ਸਾਡਾ ਫਰਜ਼ ਵੀ ਬਣਦਾ ਹੈ। ਤੇ ਅਸੀਂ ਵੀ ਜਿਹੜਾ ਹੁਣ ਲੋਹੜੀ ਤਾਂ ਤੁਹਾਨੂੰ ਬਾਅਦ 'ਚ ਦਿਆਂਗੇ, ਪਰ ਇਹ ਹੈ ਕਿ ਵੀ ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ ਜੀ। ਜੀ ਡਾਕਟਰ ਸਾਹਿਬ ਯਾਦ ਕਰ ਰਹੇ ਹਾਂ। ਹਾਂਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਜੋ ਦੱਸਣਾ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।